ਲੋਡ ਕਰਵਾ ਰਹੀ ਸੀ। ਇੱਕ ਲੜਕਾ ਆਇਆ, ਮੇਰਾ ਨੰਬਰ ਨੋਟ ਕਰ ਲਿਆ ਤੇ ਮੈਨੂੰ ਉਹਨੇ ਕਾਲ ਕੀਤੀ ਹੈ, ਮੈਂ ਲੋਕਾਂ ਨੂੰ ਨੌਕਰੀਆਂ ਤੇ ਲਾਣਾ ਵਾ, ਬੱਚੇ ਦੇ ਕਾਗਜ਼ ਲੈ ਕੇ ਆ ਜਾਓ। ਰਸਤੇ 'ਚ ਉਹਨੇ ਮੈਨੂੰ ਕਾਲ ਕੀਤੀ ਹੈ, ਠਟਾਮਟ ਵਾਲਾ उतर जाओ। सुनसान जगह पे ले गए ने। नौकरी का झांसा देकर 4 बच्चों की मां को उबाश नौजवान ने मुबैना ज्यादती का निशाना बना डाला। मेरे साथ एक खातून मौजूद है जिनको नौकरी का झांसा देकर उनकी साथ जो है वो ज्यादती की गई है। FIR भी दर्ज हो चुकी है, लेकिन ये इंसिडेंट कैसे हुआ ये सारी तफसील इनसे जानते हैं। कितने बच्चे ने? 4 बच्चे ने। अच्छा, ਇਹ ਕਿਸ ਤਰ੍ਹਾਂ ਮਾਮਲਾ ਹੋਇਆ ਕਿ ਤੁਹਾਨੂੰ ਨੌਕਰੀ ਦਾ ਝਾਂਸਾ ਦੇ ਕੇ ਤੇ ਤੁਹਾਡੇ ਨਾਲ ਜ਼ਿਆਦਤੀ ਕੀਤੀ? ਮੈਂ ਮੰਡੀ ਸੁਖੀ ਕੀ ਫਾਟਕ ਦੇ ਉੱਤੇ ਲੋਡ ਕਰਵਾ ਰਹੀ ਸੀ। ਇੱਕ ਨਾਮੀ ਲੜਕਾ ਆਇਆ ਵੇ, ਉਹਨੇ ਮੈਨੂੰ ਕਿਹਾ ਮੇਰਾ ਨੰਬਰ ਨੋਟ ਕਰ ਲਿਆ। 2-3 ਦਿਨ ਤੋਂ ਬਾਅਦ ਮੈਨੂੰ ਉਹਨੇ ਕਾਲ ਕੀਤੀ ਹੈ ਕਿ ਮੈਂ ਲਾਹੌਰ ਸੈਕਟਰੀਏਟ ਦਫ਼ਤਰ ਦੇ ਵਿੱਚ ਮੁਲਾਜ਼ਮ ਹਾਂ। DPO ਡਿਪਟੀ ਸੁਖੀ ਕੀ ਥਾਣਾ ਜਿਤਨੇ ਵੀ ਸਰਕਾਰੀ ਇਦਾਰੇ ਨੇ ਸਾਰੇ ਮੇਰੀ ਪੰਚਾਇਤ ਵਿੱਚ ਨੇ, ਜਿਵੇਂ ਮੈਂ ਕਹਿੰਦਾ ਵਾਂ ਕਿ ਉਂਝ ਕਰਦੇ ਨੇ। ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਕਿ ਮੈਂ ਲੋਕਾਂ ਨੂੰ ਨੌਕਰੀਆਂ ਤੇ ਲਾਣਾ ਵਾਂ। ਮੈਂ ਉਹਨੂੰ ਕਿਹਾ ਕਿ ਜਿਹੜਾ ਨਾ ਤੁਸੀਂ ਕੋਈ ਬੱਚਾ ਜਾਂ ਬੰਦਾ ਹੈ ਤੇ ਮੈਨੂੰ ਦੱਸੋ, ਮੈਂ ਉਹਨੂੰ ਨੌਕਰੀ ਤੇ ਲਵਾ ਦੇਣਾ ਵਾਂ। ਮੈਂ ਲਾਲਚ ਵਿੱਚ ਚਾਸਾ ਨੌਕਰੀ ਦਾ ਦੇ ਕੇ ਉਹਨੇ ਮੈਨੂੰ ਕਿਹਾ ਕਿ ਮੈਂ ਕਿਹਾ ਬੱਚਾ ਹੈ ਤੇ ਉਹਨੂੰ ਨੌਕਰੀ ਤੇ ਲਵਾ ਦੇ। ਉਹਨੇ ਕਿਹਾ ਤੁਸੀਂ ਨਾ ਪਿੰਡੀ ਪੱਟੀਆਂ, ਮੈਂ ਦਫ਼ਤਰ 'ਚ ਆਇਆ ਵਾਂ, ਉੱਥੇ ਸਾਡਾ ਦਫ਼ਤਰ ਹੈ, ਤੁਸੀਂ ਉੱਥੇ ਬੱਚੇ ਦੇ ਕਾਗਜ਼ ਲੈ ਕੇ ਆ ਜਾਓ। ਮੈਂ ਪਿੰਡੀ ਪੱਟੀਆਂ ਚਲੀ ਗਈ ਹਾਂ। ਰਸਤੇ 'ਚ ਉਹਨੇ ਮੈਨੂੰ ਕਾਲ ਕੀਤੀ ਹੈ ਕਿ ਤੁਸੀਂ ਨਾ ਠਟਾਮਟ ਵਾਲਾ ਉਤਰ ਜਾਓ। ਮੈਂ ਠਟਾਮਟ ਵਾਲਾ ਉਤਰ ਗਈ ਹਾਂ। ਮੈਨੂੰ ਥੋੜ੍ਹੀ ਦੇਰ ਬਾਅਦ ਉਹ 2 ਲੜਕੇ ਆਏ ਨੇ, ਇੱਕ ਲੜਕਾ ਹੈ, ਇੱਕ ਉਹਦੇ ਨਾਲ ਹੋਰ ਨਾਮਾਲੂਮ, ਉਹਨੂੰ ਮੈਂ ਦੇਖਾਂਗੀ ਤੇ ਪਹਿਚਾਣ ਲਾਂਗੀ। ਉਹ ਆਏ ਨੇ, ਉਹਨਾਂ ਮੈਨੂੰ ਕੋਟ ਨੱਕੇ ਦੇ ਰਸਤੇ ਮੋਟਰਸਾਈਕਲ 'ਤੇ ਉਹ ਆਏ ਨੇ, ਕੋਟ ਨੱਕੇ ਦੇ ਰਸਤੇ ਲੈ ਗਏ ਨੇ। ਉਹਨਾਂ ਕੋਲ ਅਸਲਾ ਸੀ। ਮੈਨੂੰ ਉਹਨਾਂ ਨੇ ਉੱਥੇ ਸੁਨਸਾਨ ਜਗ੍ਹਾ ਤੇ ਲੈ ਗਏ ਨੇ। ਉੱਥੇ ਖੜ ਕੇ ਉਹਨਾਂ ਮੇਰੇ ਨਾਲ ਅਸਲੇ 'ਤੇ ਜ਼ੋਰ 'ਤੇ ਜ਼ਿਆਦਤੀ ਜ਼ਬਰਦਸਤੀ ਮੇਰੇ ਨਾਲ ਕੀਤੀ ਹੈ। ਕਿੰਨੇ ਲੋਕ ਸਨ? 2 ਲੋਕ ਸਨ। ਉਸ ਤੋਂ ਬਾਅਦ ਮੈਂ 15 ਤੇ ਕਾਲ ਚਲਾਈ ਹੈ, ਪੁਲਿਸ ਆ ਗਈ ਹੈ ਪਿੰਡੀ ਪੱਟੀਆਂ ਸਦਰ ਥਾਣੇ ਦੀ। ਮੈਨੂੰ ਉਹ ਥਾਣੇ 'ਚ ਲੈ ਗਏ ਨੇ। ਉੱਥੇ ਜਾ ਕੇ ਮਾਸ਼ਾਅੱਲਾ SHO ਬਹੁਤ ਅੱਛੇ ਨੇ, ਥਾਣੇ ਸਦਰ ਪਿੰਡੀ ਪੱਟੀਆਂ ਦੇ SHO ਨੇ ਮੇਰੇ ਨਾਲ ਬਹੁਤ ਅੱਛਾ ਤਾਵਨ ਕੀਤਾ ਹੈ। ਉਹਨਾਂ ਮੈਨੂੰ ਬੜੀ ਇੱਜ਼ਤ ਦਿੱਤੀ ਹੈ। ਉਹਨਾਂ ਕਿਹਾ ਕਿ ਬੇਟਾ ਤੇਰੇ ਨਾਲ ਜ਼ਿਆਦਤੀ ਹੋਈ ਹੈ, ਮੈਂ ਤੈਨੂੰ ਪੂਰਾ ਇਨਸਾਫ ਦੇਵਾਂਗਾ। ਇਸ ਤੋਂ ਪਹਿਲੇ ਵੀ ਕਿਸੇ ਮੁਕੱਦਮੇ ਦੇ ਇਸ ਤਰ੍ਹਾਂ ਦੇ ਮੁਕੱਦਮੇ ਦੇ ਤੁਸੀਂ ਮੁਦਈ ਹੈ? ਜੀ ਪਹਿਲੇ ਵੀ ਇਸ ਤਰ੍ਹਾਂ ਮੇਰੇ ਨਾਲ ਇੱਕ ਵਾਕਿਆ ਹੋ ਚੁੱਕਿਆ ਹੈ ਤੇ ਮੈਨੂੰ ਉਹਦੇ ਤੋਂ ਇਨਸਾਫ ਨਹੀਂ ਮਿਲਿਆ। ਲੇਕਿਨ ਮੇਰੀ ਮਰੀਮ ਨਵਾਜ਼ ਅੱਗੇ ਦਰਖਾਸਤ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਏ। ਮੁਜਰਮ ਫੜਿਆ ਵੀ ਗਿਆ ਵੇ, ਉਹਨੇ ਆਪਣਾ ਜੁਰਮ ਵੀ DPO ਸਾਹਿਬ ਅੱਗੇ ਕਬੂਲ ਕੀਤਾ ਹੈ। DPO ਸਾਹਿਬ ਵੀ ਮੈਨੂੰ ਤਸੱਲੀ ਦਿੱਤੀ ਹੈ ਤੇਰੇ ਨਾਲ ਜ਼ਿਆਦਤੀ ਹੋਈ ਹੈ, ਮੈਂ ਤੈਨੂੰ ਇਨਸਾਫ ਲੈ ਕੇ ਦਿਆਂਗਾ, ਤੈਨੂੰ ਇਨਸਾਫ ਮਿਲੇਗਾ। ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਿਛਲੇ ਮੁਕੱਦਮੇ ਦੇ ਵਿੱਚ ਤੁਹਾਨੂੰ ਇਨਸਾਫ ਨਹੀਂ ਮਿਲਿਆ, ਮਤਲਬ ਉਹ ਮੁਲਜ਼ਮ ਗ੍ਰਿਫਤਾਰ ਨਹੀਂ ਸੀ ਹੋਇਆ? ਨਹੀਂ, ਉਹ ਮੁਲਜ਼ਮ ਗ੍ਰਿਫਤਾਰ ਨਹੀਂ ਸੀ ਹੋਇਆ। ਪਹਿਲੇ ਤੁਸੀਂ ਸੁਲ੍ਹਾ ਕਰ ਲਈ ਸੀ ਜਾਂ ਵੈਸੇ? ਨਹੀਂ, ਮੈਂ ਸੁਲ੍ਹਾ ਨਹੀਂ ਸੀ ਕੀਤੀ, ਵੈਸੇ ਹੀ ਉਹ ਗ੍ਰਿਫਤਾਰ ਵੀ ਨਹੀਂ ਸੀ। ਇਸ ਮੁਕੱਦਮੇ ਦੇ ਵਿੱਚ ਵੀ ਇਤਲਾਹ ਹੈ ਕਿ ਤੁਸੀਂ ਕੋਈ ਡਿਮਾਂਡ ਹੋ ਰਹੀ ਹੈ, ਤੁਹਾਡੀ ਸੁਲ੍ਹਾ ਹੋ ਰਹੀ ਹੈ, ਕੋਈ 5 ਲੱਖ ਰੁਪਏ ਦਾ ਲੈਣ ਦੇਣ? ਨਹੀਂ, ਮੈਂ ਨਹੀਂ, ਨਾ ਮੇਰੀ ਸੁਲ੍ਹਾ ਹੋ ਰਹੀ ਹੈ। ਉਹ ਮੁਜਰਮ ਦੇ ਬਾਪ, ਭਾਈ, ਚਾਚਾ ਨੇ ਉਹ ਮੇਰਾ ਤੋੜ ਮੇਰੇ ਘਰ ਤੱਕ ਜਿੱਥੇ ਮੇਰੀ ਰਹਿਸ਼ ਹੈ ਉੱਥੇ ਪਿੱਛਾ ਵੀ ਕਰ ਰਹੇ ਨੇ ਔਰ ਮੈਨੂੰ ਬਲੈਕਮੇਲ ਵੀ ਕਰ ਰਹੇ ਨੇ, ਮੈਨੂੰ ਧਮਕੀਆਂ ਵੀ ਦੇ ਰਹੇ ਨੇ ਕਿ ਅਸੀਂ ਮੁਲਾਜ਼ਮ ਆ ਸਾਰੇ ਭਾਈ, ਤੈਨੂੰ ਦੇਖ ਲਾਂਦੇ ਤੂੰ ਕੀ ਕਰ ਸਕਦੀ ਹੈ। इसमें ऐसा है कि 15 की कॉल पे यास्मीन नामी खातून ने जो कॉल की उस पर उसे बुलाया गया, उससे दरख्वास्त ली गई। जो उसने एप्लीकेशन दी फौरी तौर पे मुकदमा दर्ज करके तफ्तीश अमल में लाई गई। उसे ख़ुद हेलीकॉप्टर किया SHO सदर ने और मैंने उसको सुपरविजन किया। बल्कि इस सिलसिले में DPO साहब हमारे हाफिज़ाबाद हैं, आतिफ नज़ीर साहब, उनका वादा है कि मुकदमा दर्ज करें और उसके बाद मेरिट पर उसकी तफ्तीश करें। अगर वो झूठा हो तो खारिज कर दें और अगर मुलज़म पकड़ लें और अगर उसमें कोई जुर्म हुआ है तो उसको सज़ा मिले। तो इसी सिलसिले में फौरी तौर पर रेड करके मुलज़म को पकड़ा गया। तो जो बात इसमें सामने आई वो एक मैसेज भी है सबके लिए कि ये जो हम मोबाइल पे बातें करते हैं लड़कियों से, हो सकता है वो इसी तरह ये हनी ट्रैप हो गया बंदा। उसने इसको कहा कि मैं गरीब औरत हूँ, मुझे नौकरी चाहिए। ये भी झूठ है कि ये पिछले चंद दिनों से इनका 1-1.5 साल से रब्ता था आपस में एक दूसरे से।
تو اس نے بلایا انہیں خاتون نے, تو وہ آیا تو پھر انہوں نے آپس میں بیٹھ کے بالرضا کیا. تو پھر تفتیش کے دوران جب یہ ساری چیزیں سامنے آئیں تو ہم نے میرٹ پہ تفتیش کرتے ہوئے 496(b) سے انڈورس کی کہ بالرضا ہوئی, اور اس کے خلاف بھی 182 کا ہم نے کلندرا بنایا. خاتون کے خلاف بھی آپ نے کارروائی 182 کا کلندرا جھوٹ بولنے پہ, جھوٹی FIR درج کرانے پہ ہم نے اس میں درج کروایا. جو یہ رانگ کالیں عورتوں کی, ہم بچے ہمارے اس میں ٹریپ ہو جاتے ہیں, انہیں پتہ ہونا چاہیے کہ اس طرح کے معاملات ان کے ساتھ ہو سکتے ہیں. اور پھر انسان ہے, غلطی کا پتلا ہے, اسے اپنے آپ پہ کنٹرول رکھنا چاہیے. یہ آپ نے بتایا جیسے یہ پورا گینگ ہوتا ہے, اس میں درخواست دہندہ کے پیچھے بھی بندے ہوتے ہیں, وہ اسے پروموٹ کرتے ہیں, میڈیا پہ چلاتے ہیں, پھر ان کے ساتھ عدالت میں بھی ان کے ساتھ پیروی کرنے والے بندے ہوتے ہیں. عدالت کے ذریعے بھی کورٹ آرڈر لے کے بھی یہ پرچہ کرا لیتے ہیں اگر پولیس نہ دے. لیکن ہمارا یہ ہے کہ پرچہ ہم کبھی بھی نہیں روکتے, ہم فوری طور پہ اندراج کرتے ہیں. بعد میں اس کا ریکارڈ بھی پتہ لگا, پہلے بھی 4 دفعہ یہ مقدمے درج کرا چکی. SSP صاحب ہمارے انویسٹیگیشن ہیں, عمران صاحب, انہوں نے بھی اسے سنا. ان کے حکم پہ پھر یہ میرٹ پہ تفتیش کرتے ہوئے ہم نے اس میں یہ نتیجہ اس پہ نکلا کہ ہم نے وہ اسے بالرضا میں کنورٹ کیا 496(b) میں, اور اس میں 182 کا کلندرا اس کے خلاف مرتب کیا.